ਅੰਮ੍ਰਿਤਸਰ ਆਈਈਡੀ ਕੇਸ ਦੇ ਵਿੱਚ ਬੰਬ ਲਗਾਉਣ ਦੀ ਟ੍ਰੇਨਿੰਗ ਦੇਣ ਵਾਲਾ ਕਾਬੂ ਕਰ ਲਿਆ ਗਿਆ ਹੈ। ਅੰਮ੍ਰਿਤਸਰ ਤੋਂ ਖੁਸ਼ਲਬੀਰ ਨੂੰ ਕਾਬੂ ਕੀਤਾ ਗਿਆ ਹੈ। ਖੁਸ਼ਲਬੀਰ ਨੇ ਹੀ ਆਈਈਡੀ ਲਗਾਉਣ ਦੀ ਟ੍ਰੇਨਿੰਗ ਦਿੱਤੀ ਗਈ ਸੀ। ਖੁਸ਼ਲਬੀਰ ਨੂੰ ਕਾਬੂ ਕੀਤਾ ਗਿਆ। ਅੰਮ੍ਰਿਤਸਰ ਤੋਂ ਖੁਸ਼ਲਬੀਰ ਨੇ ਆਈਈਡੀ ਲਾਉਣ ਦੀ ਟ੍ਰੇਨਿੰਗ ਦਿੱਤੀ ਸੀ। ਅੰਮ੍ਰਿਤਸਰ ਆਈਈਡੀ ਮਾਮਲੇ ਦੇ ਵਿੱਚ ਵੱਡੀ ਗ੍ਰਿਫਤਾਰੀ ਹੋਈ ਹੈ। ਅਦਾਲਤ ਨੇ ਖੁਸ਼ਲਬੀਰ ਨੂੰ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਤੇ ਸਾਰੇ ਮੁਲਜ਼ਮਾਂ ਤੇ यूएपीए ਦੀ ਧਾਰਾਵਾਂ ਲਗਾ ਦਿੱਤੀਆਂ ਗਈਆਂ ਨੇ। ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ। ਬੰਬ ਲਗਾਉਣ ਦੀ ਟ੍ਰੇਨਿੰਗ ਦੇਣ ਵਾਲਾ ਕਾਬੂ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ। ਅੰਮ੍ਰਿਤਸਰ ਆਈਈਡੀ ਕੇਸ ਦੇ ਵਿੱਚ ਖੁਸ਼ਲਬੀਰ ਨੂੰ ਕਾਬੂ ਕੀਤਾ ਗਿਆ। ਖੁਸ਼ਲਬੀਰ ਨੇ ਹੀ ਆਈਈਡੀ ਪਲਾਂਟ ਕਰਨ ਦੀ ਟ੍ਰੇਨਿੰਗ ਦਿੱਤੀ ਸੀ ਤੇ ਹਰਪਾਲ ਤੇ ਫਤਿਹ ਨੂੰ ਬੰਬ ਲਗਾਉਣ ਦੀ ਟ੍ਰੇਨਿੰਗ ਦਿੱਤੀ ਸੀ। ਅਦਾਲਤ ਨੇ ਖੁਸ਼ਲਬੀਰ ਨੂੰ 3 ਦਿਨਾਂ ਦੇ ਰਿਮਾਂਡ ਤੇ ਭੇਜਿਆ ਹੈ। ਸਾਰੇ ਮੁਲਜ਼ਮਾਂ ਤੇ यूएपीए ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਸਾਰੇ ਮੁਲਜ਼ਮ ਅੱਤਵਾਦੀ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ। ਤਫਤੀਸ਼ ਦਾ ਸਭਾ ਚ ਦੱਸਾਂਗੇ। ਸਰ ਖੁਸ਼ਹਾਲਦੀਪ ਕਰਦਾ ਕੀ ਹੈ? ਕੋਈ ਲੇਡੀਜ਼ ਵੀ ਹੈ ਇਹਨਾਂ ਨੂੰ ਬੋਲ ਉਹ ਤਫਤੀਸ਼ ਦਾ ਹਿੱਸਾ ਨੇ। ਖੁਸ਼ਹਾਲਦੀਪ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ, ਤੁਸੀਂ ਦੇਖ ਸਕਦੇ ਹੋ ਇਸ ਵੇਲੇ ਖੁਸ਼ਹਾਲਦੀਪ ਜਿਹੜਾ ਹੈ ਇਸ ਵੇਲੇ ਪੁਲਿਸ ਦੀ ਗ੍ਰਿਫਤ 'ਚ ਹੈ। ਤਾਂ ਖੁਸ਼ਹਾਲਦੀਪ ਦਾ ਸਰ ਕਿੰਨੇ ਦਿਨ ਦਾ ਰਿਮਾਂਡ ਹੈ ਜੀ? 25 ਤੱਕ। ਹਾਂਜੀ 25 ਤੱਕ। ਮੇਰੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਰਾਜੀਵ, ਵੱਡੀ ਗ੍ਰਿਫਤਾਰੀ ਤੇ ਹੁਣ ਜਿਹੜਾ ਹੈਗਾ ਪੁਲਿਸ ਨੇ ਜਾਂਚ ਜਿਹੜੀ ਹੈਗੀ ਅੱਗੇ ਵਧਾ ਦਿੱਤੀ ਹੈ। ਖੁਸ਼ਲਬੀਰ ਨੂੰ 3 ਦਿਨਾਂ ਦੇ ਰਿਮਾਂਡ ਤੇ ਅਦਾਲਤ ਨੇ ਭੇਜ ਦਿੱਤਾ ਹੈ। ਕੀ ਕੁਝ ਖੁਲਾਸੇ ਹੋ ਸਕਦੇ ਨੇ ਔਰ ਕਿਸ ਤਰੀਕੇ ਕਾਬੂ ਵਿੱਚ ਆਇਆ ਖੁਸ਼ਲਬੀਰ? ਜੀ ਬਿਲਕੁਲ ਗਗਨਦੀਪ, ਜੇਕਰ ਅਸੀਂ ਪਹਿਲੇ ਦਿਨ ਦੀ ਗੱਲ ਕਰੀਏ ਜਦੋਂ ਅਸੀਂ ਸਭ ਤੋਂ ਪਹਿਲਾਂ ਇਹ ਜਿਹੜੀ ਖਬਰ ਹੈ ਉਹ ਦਰਸ਼ਕਾਂ ਤੱਕ ਪਹੁੰਚਾਈ ਸੀ ਔਰ ਉਸ ਵੇਲੇ ਸਭ ਤੋਂ ਪਹਿਲਾਂ ਇਹੀ ਹੈਰਾਨੀ ਹੋਈ ਸੀ ਆਖਿਰਕਾਰ ਇਹ ਦੋ ਜਿਹੜੇ ਲੋਕ ਨੇ ਆਖਿਰਕਾਰ ਇਹ ਜੋ ਦਿਲਬਾਗ ਸਿੰਘ ਸਬ ਇੰਸਪੈਕਟਰ ਹੈ ਉਸਦੀ ਹੀ ਗੱਡੀ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਸੀ। ਤਾਂ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਰਿੰਦਾ ਅਤੇ ਲਖਵਿੰਦਰ ਜੋ ਪੂਰੇ ਇਸ ਘਟਨਾਕ੍ਰਮ ਦੇ ਮਾਸਟਰਮਾਈਂਡ ਨੇ ਤਾਂ ਉਹ ਕਿਤੇ ਨਾ ਕਿਤੇ ਦਿਲਬਾਗ ਸਿੰਘ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ ਕਿਉਂਕਿ ਜੋ ਹੁਣ ਗ੍ਰਿਫਤਾਰੀਆਂ ਹੋ ਰਹੀਆਂ ਨੇ ਔਰ ਖੁਸ਼ਲਬੀਰ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਤਰਨਤਾਰਨ ਦੇ ਭਿੱਖੀਵਿੰਡ ਤੋਂ ਕੀਤੀ ਗਈ ਹੈ। ਭਿੱਖੀਵਿੰਡ ਦਾ ਇਹ ਰਹਿਣ ਵਾਲਾ ਨੌਜਵਾਨ ਹੈ ਔਰ ਸਰਹੱਦੀ ਖੇਤਰ ਦੇ ਜਿਹੜੇ ਪਿੰਡਾਂ ਦੇ ਨਾਲ ਸੰਬੰਧਿਤ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਿਲ ਨੇ। ਤਾਂ ਕਿਤੇ ਨਾ ਕਿਤੇ ਜਦੋਂ ਅਸੀਂ ਪਹਿਲੇ ਦਿਨ ਤੋਂ ਇਹ ਜਾਣਕਾਰੀ ਸਾਂਝੀ ਕਰ ਰਹੇ ਸੀ ਤਾਂ ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਆਈਈਡੀ ਹੈ ਉਹ ਹੋ ਸਕਦਾ ਕਿ ਪਾਕਿਸਤਾਨ ਤੋਂ ਇਹ ਜਿਹੜੀ ਸਾਰੀ ਸਮੱਗਰੀ ਹੈ ਉਹ ਮੰਗਵਾਈ ਗਈ ਹੋਵੇ ਕਿਉਂਕਿ ਜਦੋਂ ਲੁਧਿਆਣਾ ਦੇ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਬਲਾਸਟ ਹੋਇਆ ਸੀ ਤਾਂ ਉਸ ਮਾਮਲੇ ਦੇ ਵਿੱਚ ਵੀ ਜਿਹੜੀ ਆਈਈਡੀ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਪਾਕਿਸਤਾਨ ਦੇ ਸਰਹੱਦੀ ਖੇਤਰ ਤੋਂ ਹੀ ਜਿਹੜੀ ਹੈ ਜਿਹੜੇ ਲੋਕ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਔਰ ਅੱਤਵਾਦੀ ਸੰਗਠਨਾਂ ਦੇ ਨਾਲ ਜਿਨ੍ਹਾਂ ਦੇ ਲਿੰਕ ਨੇ। ਤਾਂ ਇਸ ਮਾਮਲੇ ਦੇ ਵਿੱਚ ਹਾਲੇ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਨੇ ਪੁਲਿਸ ਵੱਲੋਂ ਕੀਤੀਆਂ ਜਾਣੀਆਂ ਨੇ। ਹਾਲਾਂਕਿ ਪੁਲਿਸ ਦਾ ਇਹ ਕਹਿਣਾ ਕਿ ਇਸ ਦੇ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਉਹ ਹਾਲੇ ਜਾਰੀ ਹੈ ਲਗਾਤਾਰ। ਭਾਵੇਂ ਲੁਧਿਆਣਾ ਦੀ ਗੱਲ ਕਰੀਏ ਔਰ ਸਭ ਤੋਂ ਪਹਿਲਾਂ ਜਿਹੜੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦਿੱਲੀ ਦੇ ਹਵਾਈ ਅੱਡੇ ਤੋਂ ਔਰ ਉੱਥੋਂ ਇਹ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਤਾਂ ਉਹਨਾਂ ਜਿਹੜੇ 2 ਨੌਜਵਾਨ ਜਿਨ੍ਹਾਂ ਨੂੰ 8 ਦਿਨ ਦਾ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਸੀ ਤਾਂ ਉਹਨਾਂ ਦੇ ਕੋਲੋਂ ਅੰਮ੍ਰਿਤਸਰ ਦੇ ਜਿਹੜਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਹੈ ਉੱਥੇ ਗ੍ਰਿਫਤਾਰੀ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਉੱਥੋਂ ਹੀ ਜਿਹੜੀ ਕੜੀਆਂ ਦੀਆਂ ਜਿਹੜੀ ਕੜੀ ਦਰ ਕੜੀ ਅੱਗੇ ਜੁੜ ਰਹੀ ਹੈ ਉਹਨਾਂ ਦੀ ਹੀ ਪੁੱਛਗਿੱਛ ਤੋਂ ਬਾਅਦ ਇਹ ਜਾਂਚ ਅੱਗੇ ਵੱਧ ਰਹੀ ਹੈ ਔਰ ਪੁਲਿਸ ਲੁਧਿਆਣੇ ਵੀ ਪਹੁੰਚੀ ਸੀ। ਲੁਧਿਆਣਾ ਤੋਂ ਵੀ ਗ੍ਰਿਫਤਾਰੀਆਂ ਕੀਤੀਆਂ ਗਈਆਂ। ਤਾਂ ਅੱਜ ਖੁਸ਼ਲਬੀਰ ਨੂੰ ਜੋ ਹੈ यूएपीए ਦੀ ਜਿਹੜੀ ਧਾਰਾ ਦੇ ਤਹਿਤ ਉਸ ਦੇ ਖਿਲਾਫ ਕਾਰਵਾਈ ਕੀਤੀ ਗਈ ਔਰ 3 ਦਿਨ ਦੇ ਰਿਮਾਂਡ ਦੇ ਦੌਰਾਨ ਉਸ ਦੀ ਜਿਹੜੀ ਪੁੱਛਗਿੱਛ ਹੈ ਉਸ ਤੋਂ ਬਾਅਦ ਹੋਰ ਵੱਡੇ ਖੁਲਾਸੇ ਜਿਹੜੇ ਨੇ ਉਹ ਲਾਜ਼ਮੀ ਤੌਰ ਤੇ ਹੋਣਗੇ ਔਰ ਉਸ ਤੋਂ ਬਾਅਦ ਇਹ ਕਨੈਕਸ਼ਨ ਸਾਹਮਣੇ ਆਏਗਾ ਕਿ ਆਖਿਰਕਾਰ ਇਹ ਪੂਰਾ ਜਿਹੜਾ ਜਿਹੜੀ ਸਮੱਗਰੀ ਸੀ ਵਿਸਫੋਟਕ ਉਹ ਕਿੱਥੋਂ ਲਿਆਂਦੀ ਗਈ ਔਰ ਇਹ ਜਿਹੜੀ ਟ੍ਰੇਨਿੰਗ ਇਹ ਕਿਹਾ ਜਾ ਰਿਹਾ ਕਿ ਖੁਸ਼ਲਬੀਰ ਨੇ ਉਹਨਾਂ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਔਰ ਇਸਨੇ ਕਿੱਥੋਂ ਟ੍ਰੇਨਿੰਗ ਲਈ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ। ਤਾਂ 3 ਦਿਨਾਂ ਦੇ ਰਿਮਾਂਡ ਦੇ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਜੀ ਗਗਨ, ਬਿਲਕੁਲ ਵੱਡੇ ਖੁਲਾਸੇ ਹੋਣ ਦੀ ਉਮੀਦ ਹੈਗੀ ਹੈ ਰਾਜੀਵ, ਪਰ ਸਵਾਲ ਇੱਥੇ ਹੈਗਾ ਹੈ ਕਿ ਕੀ ਸਲੀਪਰ ਸੈੱਲ ਜਿਹੜੇ ਸੀਗੇ ਉਹਨਾਂ ਨੂੰ ਐਕਟੀਵੇਟ ਕੀਤਾ ਗਿਆ ਔਰ ਸਲੀਪਰ ਸੈੱਲ ਬਣਾਏ ਗਏ ਨੇ। ਇਹ ਆਪਣੇ ਆਪ ਵਿੱਚ ਚੈਲੰਜਿੰਗ ਪੋਜੀਸ਼ਨ ਹੈ। ਜੇਕਰ ਇੱਕ ਸ਼ਖਸ ਜਿਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ, ਜਿਸ ਨੂੰ ਅੰਮ੍ਰਿਤਸਰ ਤੋਂ ਫੜਿਆ ਜਾਂਦਾ ਹੈ ਔਰ ਉਹ ਆਈਈਡੀ ਫਿੱਟ ਕਰਨ ਦੀ ਟ੍ਰੇਨਿੰਗ ਦੇ ਰਿਹਾ ਸੀ 2 ਹੋਰ ਲੋਕਾਂ ਨੂੰ, ਇਹ ਆਪਣੇ ਆਪ ਵਿੱਚ ਚੈਲੰਜਿੰਗ ਪੋਜੀਸ਼ਨ ਹੈਗੀ ਹੈ ਪੁਲਿਸ ਦੇ ਲਈ ਵੀ, ਸੁਰੱਖਿਆ ਏਜੰਸੀਆਂ ਦੇ ਲਈ ਵੀ। ਸਿਰਫ ਇਸ ਕੇਸ ਵਿੱਚ ਨਹੀਂ, ਓਵਰਆਲ ਸੁਰੱਖਿਆ ਪੈਰਾਮੀਟਰ ਨੂੰ ਜੇਕਰ ਦੇਖਿਆ ਜਾਵੇ ਤਾਂ ਵੀ ਇਹ ਇੱਕ ਆਪਣੇ ਆਪ ਵਿੱਚ ਵੱਡਾ ਚੈਲੰਜ ਹੈਗਾ ਪੁਲਿਸ ਦੇ ਲਈ ਵੀ ਔਰ ਸੁਰੱਖਿਆ ਏਜੰਸੀਆਂ ਲਈ ਵੀ। ਰਾਜੀਵ, ਪੁਲਿਸ ਦੇ ਲਈ 2 ਵੱਡੇ ਚੈਲੰਜ ਨੇ। ਇੱਕ ਤਾਂ ਇਹ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਇੱਕ ਜਿਹੜਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਉਹ ਖੁਦ ਪੰਜਾਬ ਆਰਮਡ ਫੋਰਸਿਸ ਦੇ ਵਿੱਚ ਤੈਨਾਤ ਹੈ ਔਰ ਇੱਕ ਕਾਂਸਟੇਬਲ ਦੇ ਅਹੁਦੇ ਤੇ ਉਹ ਤੈਨਾਤ ਸੀ। ਇੱਕ ਸਿਆਸਤਦਾਨ ਦਾ ਉਹ ਗਨਮੈਨ ਵੀ ਸੀ। ਤਾਂ ਇੱਕ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਹੈਰਾਨੀ ਵਾਲੀ ਗੱਲ ਹੋਈ ਔਰ ਦੂਸਰੀ ਜੋ ਕਿ ਟੈਕਨੋਲੋਜੀ ਜਿਹੜੀ ਹੈ ਜਿਸ ਦਾ ਇਸਤੇਮਾਲ ਕੀਤਾ ਜਾਂਦਾ ਉਹ ਪੁਲਿਸ ਦੇ ਲਈ ਹਮੇਸ਼ਾ ਇੱਕ ਚੁਣੌਤੀ ਜ਼ਰੂਰ ਰਹਿੰਦੀ। ਹਾਲਾਂਕਿ ਸਾਨੂੰ ਇਹ ਜ਼ਰੂਰ ਲੱਗਦਾ ਕਿ ਸਲੀਪਰ ਸੈੱਲ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਪਰ ਉਹ ਸਲੀਪਰ ਸੈੱਲ ਦੇ ਨਾਲ
ਜਿਹੜੀਆਂ ਵੱਖ-ਵੱਖ ਟੈਕਨੋਲੋਜੀ ਇੰਟਰਨੈਟ ਜਾਂ ਵੱਖ-ਵੱਖ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਦੇ ਰਾਹੀਂ ਹਮੇਸ਼ਾ ਸਰਗਰਮ ਰਹਿੰਦੇ ਨੇ ਔਰ ਉਹਨਾਂ ਦੀ ਹੀ ਭੂਮਿਕਾ ਇਸ ਮਾਮਲੇ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਸਾਹਮਣੇ ਆਏਗੀ ਕਿਉਂਕਿ ਇੰਟਰਨੈਟ ਦੀ ਵਰਤੋਂ ਦੇ ਨਾਲ ਹੀ ਇਹ ਜਿਹੜੇ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਅਸੀਂ ਕਹੀਏ ਕਿ ਇਹਨਾਂ ਦੇ ਆਕਾ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਜਿਹੜੇ ਇਹਨਾਂ ਨੂੰ ਇਸਤੇਮਾਲ ਕਰਨ ਵਾਲੇ ਲੋਕ ਨੇ ਉਹ ਉਹਨਾਂ ਐਪਲੀਕੇਸ਼ਨ ਦੇ ਜ਼ਰੀਏ ਹੀ ਇਹਨਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦੇ ਨੇ ਔਰ ਉੱਥੋਂ ਹੀ ਇਹਨਾਂ ਵੱਲੋਂ ਆਦੇਸ਼ ਵੀ ਦਿੱਤੇ ਜਾਂਦੇ ਨੇ ਔਰ ਇਸ ਮਾਮਲੇ ਦੇ ਵਿੱਚ ਜਿਹੜੀ ਹੈਰਾਨ ਕਰਨ ਵਾਲੀ ਗੱਲ ਸੀ ਕਿ ਜਿਹੜਾ ਮੋਬਾਈਲ ਉਸ IED ਦੇ ਨਾਲ ਰੱਖਿਆ ਗਿਆ ਸੀ ਔਰ ਉੱਥੋਂ ਵੀ ਬਾਹਰ ਤੋਂ ਹੀ ਜੋ ਹੈ ਰਿੰਦੇ ਨੇ ਜਾਂ ਲਖਵਿੰਦਰ ਨੇ ਕਾਲ ਕਰਨੀ ਸੀ ਔਰ ਉਸ ਤੋਂ ਬਾਅਦ ਇਹ ਜ਼ੋਰਦਾਰ ਧਮਾਕਾ ਜਿਹੜਾ ਹੋਣਾ ਸੀ। ਹਾਲਾਂਕਿ ਇਹਨਾਂ ਦੀਆਂ ਜਿੰਨੀਆਂ ਵੀ ਪਲੈਨਿੰਗਸ ਨੇ ਉਹ ਧਰਾਈਆਂ ਰਹਿ ਗਈਆਂ ਔਰ ਇਸ ਮਾਮਲੇ ਦੇ ਵਿੱਚ ਅਸੀਂ ਦੱਸਿਆ ਸੀ ਕਿ ਜੇਕਰ ਉਹ ਅਵਾਰਾ ਕੁੱਤਾ ਉਸ ਗੱਡੀ ਦੇ ਕੋਲ ਨਾ ਆਉਂਦਾ ਤਾਂ ਸ਼ਾਇਦ ਅੱਜ ਤਸਵੀਰ ਕੁਝ ਹੋਰ ਹੁੰਦੀ ਔਰ ਹੋ ਸਕਦਾ ਕਿ ਜਿਹੜੇ ਲੋਕ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਨੇ ਉਹ ਵੀ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੁੰਦੇ ਤਾਂ ਪੁਲਿਸ ਨੂੰ ਕਾਮਯਾਬੀ ਜ਼ਰੂਰ ਮਿਲ ਰਹੀ ਹੈ ਔਰ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਵੱਡੇ ਖੁਲਾਸੇ ਵੀ ਕਰੇਗੀ ਔਰ ਇਹਨਾਂ ਦੇ ਕਿੱਥੇ ਜੁੜੇ ਹੋਏ ਨੇ ਇਸ ਬਾਰੇ ਵੀ ਪੁਲਿਸ ਹੁਣ ਪਤਾ ਲਗਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ। ਜੀ बहुत बहुत शुक्रिया राजीव। फिलहाल इस तमाम जानकारी के लिए राजीव शर्मा मेरे सहयोगी जानकारी दे रहे सन और जिस तरीके ये मामला सामने है उसने किते ना किते कई सारे सवाल पुलिस के सामने खड़े किते ने और आस की जा रही है कि आने वाले दिनों के विच पुलिस जिहड़ी हैगी आने वाले दिनों के विच इन्हां सारे सवालों के जवाब जिहड़ा हैगा वो दे सकती है। बहुत खुलासे जिहड़े हैगे पंजाब पुलिस फिलहाल कर सकती है। इस दे नाल पुछगिछ तो बाद खुशलबीर दे नाल जिहड़ा हैगा पुछ पड़ताल होवेगी और उस तो बाद खुलासे जिहड़े हैगे वो किते जाणगे। उधर अमृतसर IED मामले ਦੇ ਵਿੱਚ ਵੱਡਾ ਖੁਲਾਸਾ ਇਹ ਹੋਇਆ ਕਿ ਅਤਵਾਦੀ ਰਿੰਦਾ ਦੇ ਖਿਲਾਫ ਗਵਾਹੀ ਦੇਣ ਤੋਂ ਰੋਕਣ ਦੀ ਸਾਰੀ ਕੋਸ਼ਿਸ਼ ਸੀ। SI ਦਿਲਬਾਗ ਸਿੰਘ ਦਾ ਕਤਲ ਕਰਨ ਦੀ ਸਾਜ਼ਿਸ਼ ਸੀ। ਜੀ ਹਾਂ, ਅਤਵਾਦੀ ਰਿੰਦਾ ਦੇ ਖਿਲਾਫ ਗਵਾਹੀ ਨਾ ਦਿੱਤੀ ਜਾ ਸਕੇ ਇਸ ਲਈ ਇਹ ਸਾਰੀ ਕੋਸ਼ਿਸ਼ ਕੀਤੀ ਗਈ ਸੀ। ਰਿੰਦਾ ਦੇ ਖਿਲਾਫ ਮਾਮਲੇ ਦੀ ਜਾਂਚ SI ਦਿਲਬਾਗ ਸਿੰਘ ਕਰ ਰਿਹਾ ਹੈ। ਸਬ ਇੰਸਪੈਕਟਰ ਦਿਲਬਾਗ ਸਿੰਘ ਮੁਲਜ਼ਮਾਂ ਦੇ ਫੋਨ ਦੇ ਨਾਲ IED ਕਨੈਕਟ ਸੀ ਤੇ ਇਸ ਮਾਮਲੇ ਦੇ ਵਿੱਚ ਹੀ ਜਿਹੜਾ ਹੈਗਾ IED ਮਾਮਲੇ ਵਿੱਚ ਖੁਲਾਸਾ ਇਹ ਹੋਇਆ ਕਿ ਲਖਬੀਰ ਦੇ फोन करन दे नाल जिहड़ा हैगा ये ब्लास्ट हो सकता सी ते अतवादी रिंदा दे खिलाफ गवाही देण तो रोकण दी एक कोशिश सी। SI दिलबाग सिंह जिहड़ा हैगा उसका कतल करन दी साजिश सी ते रिंदा दे खिलाफ मामले दी जांच SI सब इंस्पैक्टर दिलबाग सिंह कर रहे थे। मामले दे विच रिंदा दे खिलाफ कई सबूत भी जुटाए गए ने। मुलजमां दे फोन दे नाल IED कनेक्ट सी। कैनेडा विच बैठे अतवादी लखबीर ने फोन करना सी ते लखबीर दे फोन करन दे नाल ही होना सी ब्लास्ट। जी हां, तकनीक समझने की कोशिश करो। IED जड़ा है प्लांट किथे किया जा रहा है। एक सब इंस्पैक्टर के घर के बाहर उसकी गड्डी खड़ी है उसके थले IED प्लांट किया जा रहा है और उसकी प्लांटिंग के नाल जड़ा है कनेक्ट है एक मोबाइल फोन। उस मोबाइल फोन ते फोन कर रहा है 7 समंदर पार बैठा एक शख्स। मोडस ऑपरेंडी की हैगी है पूरे जुर्म ਨੂੰ अंजाम देने दी। दहशतगर्द ਜਿਹੜੇ ਹੈਗੇ किस तरीके तैयारी कर रहे हैं। पंजाब ਨੂੰ ਦਹਿਲਾਣ ਦੀ ਸਾਜ਼ਿਸ਼ ਸੀਗੀ ਇਹ ਜਿਸ ਦਾ ਕਿਤੇ ਨਾ ਕਿਤੇ ਵਕਤ ਰਹਿੰਦਿਆਂ ਪਰਦਾਫਾਸ਼ ਹੋਇਆ, ਭਾਂਡਾ ਫੋੜ ਹੋਇਆ ਔਰ ਉਸ ਤੋਂ ਬਾਅਦ ਜਿਸ ਤਰੀਕੇ ਖੁਲਾਸੇ ਹੋ ਰਹੇ ਨੇ ਉਹ ਆਪਣੇ ਆਪ ਵਿੱਚ ਚੈਲੰਜਿੰਗ ਪੋਜੀਸ਼ਨ ਇਸ ਵੇਲੇ ਬਣਿਆ ਹੋਇਆ ਹੈ। ਚੈਲੰਜਿੰਗ ਪੋਜੀਸ਼ਨ ਕਿਉਂ ਹੈ? ਕਿਉਂਕਿ IED ਨੂੰ ਪਲਾਂਟ ਕਰਨਾ, IED ਨੂੰ ਫਿਟ ਕਰਨਾ ਔਰ ਇਸ ਨੂੰ ਫਿਟ ਕਰਨ ਦੀ ਟ੍ਰੇਨਿੰਗ ਦੇਣਾ ਇਹ ਸ਼ਖਸ ਜਿਹੜਾ ਹੈਗਾ ਪੰਜਾਬ ਦੇ ਵਿੱਚ ਮੌਜੂਦ ਸੀਗਾ ਜਿਸ ਦੀ ਅੱਜ ਗ੍ਰਿਫਤਾਰੀ ਹੋਈ ਹੈ। ਤੇ ਅੰਮ੍ਰਿਤਸਰ IED ਮਾਮਲੇ ਦੇ ਨਾਲ ਹੀ ਜੁੜੀ ਅਗਲੀ ਅਪਡੇਟ ਹੈਗੀ ਹੈ। ਸਬ ਇੰਸਪੈਕਟਰ ਦੀ ਕਾਰ ਦੇ ਵਿੱਚ IED ਲਗਾਉਣ ਵਾਲੇ ਸਲੀਪਰ ਸੈੱਲ ਨਿਕਲੇ ਨੇ। ਅਤਵਾਦੀ ਰਿੰਦਾ ਤੇ ਲਖਬੀਰ ਦੇ ਸਲੀਪਰ ਸੈੱਲ ਸਨ। ਜੀ ਹਾਂ, ਪੰਜਾਬ ਦੇ ਵਿੱਚ ਸਲੀਪਰ ਸੈੱਲ ਇਹ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ ਪਰ ਇਹ ਸੱਚਾਈ ਹੈ ਕਿ ਅਤਵਾਦੀ ਰਿੰਦਾ ਦੇ ਸਲੀਪਰ ਸੈੱਲ ਸੀਗੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਇਹ IED ਪਲਾਂਟ ਕੀਤਾ ਸੀ ਤੇ ਅਤਵਾਦੀ ਰਿੰਦਾ ਤੇ ਲਖਬੀਰ ਦੇ ਸਲੀਪਰ ਸੈੱਲ ਨੇ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਸੀਗੀ ਤੇ ਐਪਲੀਕੇਸ਼ਨ ਜਿਹੜਾ ਹੈਗਾ ਆਪਰੇਟ ਕਰ ਰਹੇ ਸੀ ਦੋਵੇਂ ਮੁਲਜ਼ਮ ਤੇ SI ਦਿਲਬਾਗ ਸਿੰਘ ਦੀ ਕਾਰ ਉਡਾਣ ਤੋਂ ਬਾਅਦ ਪਾਰਟੀ ਕਰਨੀ ਸੀ ਤੇ ਲੁਧਿਆਣਾ ਦੇ ਵੱਡੇ ਹੋਟਲ ਦੇ ਵਿੱਚ ਪਾਰਟੀ ਦੀਆਂ ਤਿਆਰੀਆਂ ਸਨ। ਪੁਲਿਸ ਨੇ ਹੋਟਲ ਦੀ CCTV ਫੁਟੇਜ ਵੀ ਜਿਹੜਾ ਹੈਗਾ ਉਹ ਜ਼ਬਤ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਹਰਪਾਲ ਸਿੰਘ ਤੇ ਫਤਿਹਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਤੇ ਤੀਜੇ ਮੁਲਜ਼ਮ ਰਾਜਿੰਦਰ ਬਾਬਾ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। पंजाब दे विच की स्लीपर सेल एक्टिवेट ने सवाल इस गल नूं लेके है और सवाल इस करके है क्योंकि जिस तरीके खुलासे हो रहे ने ये लोग जिन्हां ने IED प्लांट किया है स्लीपर सेल सीगे। अतवादी रिंदा दा स्लीपर सेल सीगा और रिंदा दे स्लीपर सेल ने यह प्लांट किया सी IED
ਉਸ ਤੋਂ ਬਾਅਦ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਗੇ ਪਾਰਟੀ ਕਰਨੀ ਸੀ ਤੇ ਗੇ ਪਾਰਟੀ ਦੇ ਲਈ ਇਹਨਾਂ ਨੇ ਤਿਆਰੀਆਂ ਕਰ ਲਈਆਂ ਸਨ। ਇਹ ਵੀ ਖੁਲਾਸਾ ਜਿਹੜਾ ਹੈਗਾ ਹੋ ਰਿਹਾ। ਲੁਧਿਆਣਾ ਦੇ ਵਿੱਚ ਇਹ ਪਾਰਟੀ ਕਰਨੀ ਸੀ। ਹੁਣ ਇੱਕ ਇੱਕ ਕਰਕੇ ਕੜੀਆਂ ਜਿਹੜੀਆਂ ਨੇ ਉਹ ਜੁੜਦੀਆਂ ਜਾ ਰਹੀਆਂ ਨੇ ਔਰ ਪਰਤਾਂ ਜਿਹੜੀਆਂ ਨੇ ਉਹ ਖੁੱਲਦੀਆਂ ਜਾ ਰਹੀਆਂ ਨੇ।